ਤੇ ਇੱਥੇ ਤਾਂ ਚਲੋ ਆਬਾਦੀ ਘੱਟ ਹੈ, ਇੰਡੀਆ 'ਚ ਤਾਂ ਆਬਾਦੀ ਦੀ ਕੋਈ ਕਮੀ ਨਹੀਂ ਹੈ। ਉੱਥੇ ਵੀ ਕਿੰਨੇ ਹੀ ਸੈਕਟਰ ਨੇ, ਤੁਸੀਂ ਪੁੱਛ ਕੇ ਦੇਖ ਲਓ, ਕਹਿੰਦੇ ਨੇ ਸਾਨੂੰ ਕੰਮ ਵਾਲੇ ਨਹੀਂ ਮਿਲਦੇ। ਪੰਜਾਬ ਦੇ ਵਿੱਚ ਖੇਤੀ ਵਾਲਿਆਂ ਨੂੰ ਵਰਕਰ ਨਹੀਂ ਮਿਲਦੇ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਸਰ, ਪੰਜਾਬੀ ਆਪਣੇ ਸਾਡੇ ਜਿਹੜੇ ਬੱਚੇ ਨੇ ਉੱਥੇ ਇੱਕ ਤੇ ਹੀਨ ਭਾਵਨਾ ਮਹਿਸੂਸ ਕਰਦੇ ਵੀ ਮੈਂ ਗਾਰੇ 'ਚ ਲਿਬੜਾਂਗਾ, ਮੈਂ ਉਹ ਆਹ ਕੰਮ ਕਰਾਂਗਾ, ਮੈਂ ਮਜ਼ਦੂਰੀ ਕਰਾਂਗਾ। ਫਿਰ ਲੋਕੀ ਮਿਹਣਾ ਮਾਰਨਗੇ, ਕੋਈ ਉਹਨੂੰ ਕਹਿਣਗੇ ਵੀ ਤੂੰ ਆਹ ਕਿਹੜੇ ਕੰਮ ਪਿਆ ਯਾਰ, ਤੂੰ ਜ਼ਿਮੀਂਦਾਰਾਂ ਦਾ ਮੁੰਡਾ ਆ, ਤੂੰ ਆਹ ਕੰਮ ਪਿਆ ਵੀ, ਤੂੰ ਤਾਂ ਸੇਠਾਂ ਦਾ ਮੁੰਡਾ ਆ, ਤੂੰ ਇਹ ਕਿਹੜੇ ਕੰਮ ਪਿਆ, ਸਾਈਕਲ ਤੋਂ ਤੁਰਿਆ ਫਿਰਦਾ, ਤੂੰ ਕਿਉਂ ਨਹੀਂ ਮੋਟਰਸਾਈਕਲ ਲੈਂਦਾ, ਤੁਹਾਨੂੰ ਇਲੈਕਟ੍ਰੀਸ਼ੀਅਨ ਨਹੀਂ ਲੱਭਦਾ। ਅਤੇ ਹੁਣ ਜੇ ਤੁਸੀਂ ਇੱਥੇ ਕੋਈ ਬੱਚਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਸਟੂਡੈਂਟ ਆਏ ਨੇ, ਜੇ ਤੁਸੀਂ ਉਹਨੂੰ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਕਰ, ਪਲੰਬਿੰਗ ਦਾ ਕੋਰਸ ਕਰ, ਟੂਲ ਐਂਡ ਡਾਈ ਮੇਕਿੰਗ ਕੋਰਸ ਕਰ, ਇਸ ਤਰ੍ਹਾਂ ਦੇ ਤੁਸੀਂ ਜੇ ਜੋਬ ਤੁਸੀਂ ਕਰੋ ਸਰ, ਤਾਂ ਜੋਬਸ ਹੀ ਜੋਬਸ ਹੈਗੀ ਹੈ। ਮੈਂ ਲਾਸਟ 2 ਵੀਕ ਤੋਂ ਆਈ ਵਾਜ਼ ਲੁਕਿੰਗ ਫॉर ਕਲੀਨਰ ਨਹੀਂ ਮਿਲਦੀ ਜੀ। ਕਿਸੇ ਬੰਦੇ ਨੂੰ ਤੁਸੀਂ ਕਲੀਨਰ ਨੂੰ ਫੋਨ ਕਰਕੇ ਦੇਖ ਲਓ, ਅੱਛਾ ਫਿਰ ਕਹਿਣਗੇ ਜੀ ਕੈਸ਼ 'ਤੇ ਕੰਮ ਕਰਨਾ। ਆਈ ਸੈਡ ਨਹੀਂ ਵੀ ਮੇਰਾ ਆਫਿਸ ਦਾ ਕੰਮ ਆ, ਵਾਈ ਵੁੱਡ ਆਈ ਪੇ ਕੈਸ਼। ਅਸੀਂ ਵੀ ਵਰਕਰ ਹੀ ਇਹੋ ਜਿਹੇ ਬੁਲਾਏ ਹੋਏ ਨੇ ਜਿਹੜੇ ਕੈਸ਼ 'ਤੇ ਕੰਮ ਕਰਨਾ ਚਾਹੁੰਦੇ ਨੇ। ਪਰ ਰੇਟ ਆਫ ਇੰਟਰਸਟ ਕਿਸ ਚੀਜ਼ ਲਈ ਘਟਾਇਆ ਗਿਆ ਸੀ? ਕਿਹੜੇ ਜਦੋਂ ਕੰਮ ਹੀ ਨਹੀਂ ਚੱਲ ਰਹੇ, ਕੰਮ ਬੰਦ ਨੇ ਜੀ, ਤੇ ਉਸ ਬੈਂਕ ਨੇ ਲੋਕਾਂ ਨੇ ਨਵੇਂ ਲੋਨ ਲੈ ਕੇ ਕੀ ਕੰਮ ਕਰਨਾ ਸੀ ਉਸ ਵੇਲੇ? ਤਾਂ ਜਸਵੀਰ ਜੀ, ਤੁਸੀਂ ਘਰ ਖਰੀਦਣ ਦੀ ਗੱਲ ਕਰ ਰਹੇ ਹੋ। ਹਾਂਜੀ, ਤੁਸੀਂ ਮੈਨੂੰ ਦੱਸ ਸਕਦੇ ਹੋ ਕੋਕੇਸ਼ੀਅਨ ਕਮਿਊਨਿਟੀ, ਮੇਨ ਸਟ੍ਰੀਮ ਕਮਿਊਨਿਟੀ, ਬਲੈਕ ਕਮਿਊਨਿਟੀ, ਅਰਬਿਕ, ਕਿੰਨੇ ਕੁ ਉਹਨਾਂ ਨੇ ਘਰ ਲਏ? ਇਹ ਸਿਰਫ ਇੱਕ ਕਮਿਊਨਿਟੀ ਦੀ ਪ੍ਰੋਬਲਮ ਹੈ ਸਰ। ਸੋ ਪੂਰਾ ਹਾਊਸਿੰਗ ਕ੍ਰਾਈਸਿਸ ਤੁਹਾਡੇ ਹਿਸਾਬ ਨਾਲ ਇੱਕੋ ਕਮਿਊਨਿਟੀ ਨੇ ਪੈਦਾ ਕੀਤਾ? ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ। ਤੇ ਇਸ ਵੇਲੇ 8:33 ਤੇ ਹੁਣ ਸਾਡਾ ਸਮਾਂ ਹੈ ਮਾਰਕੀਟ ਅਪਡੇਟ ਦਾ ਵਿਦ ਸੁਰਿੰਦਰਪਾਲ ਸਿੰਘ ਜੀ। ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਸਾਰੇ ਹੀ ਰੈੱਡ ਐਫਐਮ ਦੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਔਰ ਨਮਸਕਾਰ ਔਰ ਆਦਾਬ। ਤੇ ਸ਼ੁਰੂ ਕਰਦੇ ਹਾਂ ਜੀ ਮਾਰਕੀਟ ਦਾ ਇਸ ਵੇਲੇ ਕੀ ਜਿਹੜਾ ਪਿਛਲੇ ਦਿਨ ਨੇ ਕਿਸ ਤਰ੍ਹਾਂ ਦੇ ਰਹੇ ਮਾਰਕੀਟ? ਜਸਵੀਰ ਜੀ, ਫੈਬਰਰੀ ਵਾਜ਼ ਵੈਰੀ ਵੋਲੇਟਾਈਲ। ਤੁਸੀਂ ਜੇ ਜਨਵਰੀ ਦੇਖੋ, ਜਨਵਰੀ ਸਟਾਕ ਮਾਰਕੀਟ ਵਾਜ਼ ਵੈਰੀ ਗੁੱਡ। TSX was up 6%, NASDAQ was up 11%, S&P was up 4%, ਲੇਕਿਨ ਫੈਬਰਰੀ was slow। ਫੈਬਰਰੀ ਦੇ ਅੰਦਰ ਤੁਸੀਂ ਕਹਿ ਸਕਦੇ ਹੋ ਕਿ NASDAQ was down by 2%, ਲੇਕਿਨ S&P ਐਂਡ ਡਾਓ ਜੋਨਸ ਐਂਡ ਟੋਰਾਂਟੋ ਸਟਾਕ ਇੰਡੈਕਸ ਇਹ ਸਾਰੇ ਹੀ ਜਿਹੜੇ ਆ 2 ਤੋਂ 4% ਥੱਲੇ ਸੀਗੇ। ਉਹਦੀ ਵਜ੍ਹਾ ਇਹ ਸੀਗੀ ਸਰ ਕਿ ਲੋਕਾਂ ਦੇ ਅੰਦਰ ਇਹ ਚਿੰਤਾ ਸੀਗੀ ਵੀ ਇੰਟਰਸਟ ਰੇਟ ਵਧੂਗਾ, ਕੀ ਹੋਏਗਾ, ਕਿੰਨਾ ਕੁ ਵਧੇਗਾ, ਵੀ ਇਹ ਕਿਸ ਤਰ੍ਹਾਂ ਦੀ ਅਨਸਰਟਨਟੀ ਕਦੋਂ ਤੱਕ ਰਹੇਗੀ। ਲੇਕਿਨ ਦਿਸ ਵੀਕ ਸੋ ਫਾਰ ਹੈਜ਼ ਬਿਨ ਓਕੇ। ਹਾਲਾਂਕਿ ਅੱਜ ਦੇ ਫਿਊਚਰਸ ਵੀ ਉੱਤੇ ਹੈਗੇ ਨੇ। ਇਸ ਹਫ਼ਤੇ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਆ ਕਿ ਅਰਨਿੰਗਸ ਦਾ ਵੀਕ ਸੀ, ਖਾਸ ਤੌਰ 'ਤੇ ਬੈਂਕਸ ਦਾ, ਕੈਨੇਡੀਅਨ ਬੈਂਕਸ ਦਾ। ਜੇ ਅਸੀਂ ਟੌਪ ਦੇ ਬੈਂਕ ਗੱਲ ਕਰੀਏ ਤਾਂ ਮੋਸਟਲੀ ਬੈਂਕਸ ਨੇ ਜਿਹੜੀਆਂ ਹੈ ਅਰਨਿੰਗਸ ਜਿਹੜੀਆਂ ਆਪਣੀਆਂ ਅੱਛੀਆਂ ਦਿੱਤੀਆਂ ਨੇ, ਉਹਨਾਂ ਦੇ ਐਕਸਪੈਕਟੇਸ਼ਨ ਨੂੰ ਬੀਟ ਕੀਤਾ ਆ, ਐਕਸੈਪਟ 1 or 2 ਦੀ ਔਡ ਬੈਂਕਸ। ਲੇਕਿਨ ਖਾਸ ਤੌਰ 'ਤੇ ਜੇ ਤੁਸੀਂ ਦੇਖੋ ਜਿੰਨੀਆਂ ਵੀ ਬੈਂਕਸ ਨੇ ਪ੍ਰੋਫਿਟ ਅਰਨਿੰਗ ਦਿੱਤੀਆਂ, ਚਾਹੇ ਰਾਇਲ ਬੈਂਕ ਹੈ, TD ਬੈਂਕ ਹੈ, ਉਹਨਾਂ ਦੀ ਅਰਨਿੰਗਸ ਤੋਂ ਬਾਅਦ ਉਹਨਾਂ ਦਾ ਸ਼ੇਅਰ ਜਿਹੜਾ ਉਹਦੇ ਮੂੰਹ ਡਿੱਗਿਆ ਹੈਗਾ। ਉਹ ਕਰੀਬ 3 ਤੋਂ 5% ਜਿਹੜਾ ਉਹਨਾਂ ਦਾ ਸ਼ੇਅਰ ਡਿੱਗਿਆ ਹੈਗਾ ਆ। ਉਹਦੀ ਵਜ੍ਹਾ ਇਹ ਹੈ ਕਿ ਇਹਨਾਂ ਬੈਂਕਸ ਨੇ ਕਰੀਬ ਕਾਫੀ ਪੈਸਾ ਜਿਹੜਾ ਹੈ ਉਹ ਕੈਸ਼ ਲੋਨ ਰਿਜ਼ਰਵ ਲਈ ਰੱਖਿਆ ਆ, ਵੀ ਉਹ ਇਹ ਮੰਨਦੇ ਨੇ ਕਿ ਆਉਣ ਵਾਲੇ ਟਾਈਮ 'ਚ ਮਾੜਾ ਟਾਈਮ ਆਉਣਾ ਆ ਅਤੇ ਡੀਫਾਲਟਸ ਹੋਣਗੀਆਂ, ਅਤੇ ਇਸ ਕਰਕੇ ਉਹਨਾਂ ਨੇ ਇਹ ਲੋਨ ਰਿਜ਼ਰਵ ਲਈ ਪੈਸੇ ਰੱਖੇ ਆ। $2.5 ਬਿਲੀਅਨ ਜੀ, $2.5 ਬਿਲੀਅਨ ਜਿਹੜਾ ਹੈ ਉਹ ਇਸ ਕੁਆਟਰ ਦੇ ਅੰਦਰ ਇਹ 6 ਬੈਂਕ ਨੇ ਜਿਹੜੇ ਮੇਜਰ ਜਿਹੜੇ ਨੇ ਇਹਨਾਂ ਨੇ ਲੋਨ ਰਿਜ਼ਰਵ ਲਈ ਰੱਖੇ ਨੇ, ਜਦਕਿ ਪਿਛਲੇ ਸਾਲ ਸੇਮ ਕੁਆਟਰ 'ਚ ਨਾਟ ਈਵਨ $100 ਮਿਲੀਅਨ ਵਾਜ਼ ਦੇਅਰ। ਸੋ $2.5 ਬਿਲੀਅਨ। ਬੈਂਕਾਂ ਨੂੰ ਮਤਲਬ ਪਤਾ, ਬੈਂਕਾਂ ਨੇ ਤਿਆਰੀ ਕਰ ਲਈ ਹੈ। ਬੈਂਕਾਂ ਨੇ ਬਿਲਕੁਲ ਕਮਰ ਕੱਸੀ ਹੋਈ ਹੈ ਜੀ, ਬੈਂਕਾਂ ਨੇ ਪੈਸੇ ਰੱਖ ਲਏ ਹੈਗੇ ਆ। ਔਰ ਦੂਜੇ ਤੁਸੀਂ ਦੇਖੋ ਖਾਸ ਤੌਰ 'ਤੇ ਸਕੋਸ਼ੀਆ ਬੈਂਕ ਹੈਜ਼ ਬਿਨ ਆਡ ਬੈਂਕ। ਸਕੋਸ਼ੀਆ ਬੈਂਕ ਦੀ ਜਿਹੜੀ ਅਰਨਿੰਗ ਹੈ ਉਹ ਬਾਕੀਆਂ ਨਾਲੋਂ ਜਿਹੜੀ ਹੈ ਉਹ ਵਧੀਆ ਇਸ ਕਰਕੇ ਵੀ ਆਈ ਹੈ ਕਿ ਖਾਸ ਤੌਰ 'ਤੇ ਜਿਹੜੇ ਤੁਹਾਨੂੰ ਪਤਾ ਸਕੋਸ਼ੀਆ ਬੈਂਕ ਤੇ ਇੰਟਰਨੈਸ਼ਨਲ ਜਿਹੜੀ ਬੈਂਕਿੰਗ ਹੈਗੀ ਆ ਮੋਸਟਲੀ ਇਹ ਕੈਰੀਬੀਅਨ ਕੰਟਰੀਜ਼ ਦੇ ਅੰਦਰ ਹੈਗੀ ਆ ਜਾਂ ਪੈਨ ਅਮੈਰੀਕਨ ਕੰਟਰੀਜ਼ ਦੇ ਅੰਦਰ ਹੈਗੀ ਆ, ਅਤੇ ਉੱਥੇ ਸਲੋ ਡਾਊਨ ਜ਼ਿਆਦਾ ਹੋਣਾ, ਇਸ ਕਰਕੇ ਉਹਨਾਂ ਨੇ ਰਿਜ਼ਰਵ ਲਈ ਜ਼ਿਆਦਾ ਪੈਸੇ ਰੱਖੇ ਆ। ਅਤੇ ਕੈਨੇਡੀਅਨ ਇਨਸਾਈਡ ਜਿਹੜੀ ਹੈ ਉਹ ਇਕੋਨਮੀ ਵੀ ਸਲੋ ਹੋਣੀ ਹੈ, ਇਸ ਕਰਕੇ ਬੈਂਕਾਂ ਨੇ ਜ਼ਿਆਦਾ ਪੈਸੇ ਰੱਖੇ ਆ ਜੀ। ਅਤੇ ਰੇਟ ਬਾਰੇ ਜਿਵੇਂ ਕੁਛ ਰਿਪੋਰਟਸ ਆ ਰਹੀਆਂ ਨੇ ਕਿ ਸ਼ਾਇਦ ਬੈਂਕ ਇਸ ਮਹੀਨੇ ਕੋਈ ਚੇਂਜ ਨਹੀਂ ਕਰੇਗਾ ਨਾ? ਯੈਸ, 7 ਤਰੀਕ ਨੂੰ ਜਦੋਂ ਬੈਂਕ ਦੀ ਹੈਗੀ ਹੈ ਮੀਟਿੰਗ ਸਰ, ਉਹ 'ਚ ਐਕਸਪੈਕਟਡ ਹੈ ਕਿ ਬੈਂਕ ਸਟੈਂਡ ਸਟਿਲ ਰਹੇਗਾ। ਔਰ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਕਿਹਾ ਵੀ ਸੀ ਜੀ ਕਿ ਦੇ ਵਿਲ ਸਿਟ ਔਨ ਦ ਸਾਈਡ ਲਾਈਨ, ਕਿਉਂਕਿ ਪਿੱਛੇ ਕੁਛ ਅਮਰੀਕਾ ਦੇ ਆંકੜੇ ਐਸੇ ਆਏ ਸੀ ਕਿ ਅਮਰੀਕਨ ਇਕਾਨਮੀ ਜਿਹੜੀ ਹੈ ਉਹ ਬਹੁਤ ਰੋਬਸਟ ਚੱਲ ਰਹੀ ਹੈ, ਉਹਨਾਂ ਦੀ ਇਨਫਲੇਸ਼ਨ ਜਿਹੜੀ ਹੈ ਉਹ ਕੋਈ ਇੰਨੀ ਨੇੜੇ ਮਤਲਬ ਇੰਨੀ ਜ਼ਿਆਦਾ ਨਹੀਂ ਡਿੱਗ ਰਹੀ ਹੈਗੀ ਆ। ਅਤੇ ਇਹ ਲੋਕ ਮੰਨਦੇ ਸੀ ਸ਼ਾਇਦ ਵੀ ਅਮਰੀਕਾ ਵਧਾਏਗਾ ਤਾਂ ਸ਼ਾਇਦ ਕੈਨੇਡਾ ਵੀ ਵਧਾਏਗਾ,
ਲੇਕਿਨ ਲੱਗਦਾ ਨਹੀਂ ਹੈ। ਅਮਰੀਕਾ ਦੇ ਅੰਦਰ ਵੀ ਜਿਹੜੀ ਹੈ 50-50 ਚਾਂਸ। ਦੇਖੋ ਅਮਰੀਕਾ ਨੇ 2 ਜਾਂ 3 ਵਾਰੀ ਤਾਂ ਵਧਾਉਣਾ ਹੀ ਵਧਾਉਣਾ ਹੈ। ਕੈਨੇਡਾ ਜਿਹੜਾ ਬੇਸ਼ੱਕ ਸਾਈਡਲਾਈਨ ਤੇ ਖੜਾ ਹੋ ਗਿਆ, ਅਮਰੀਕਾ ਨੇ 2 ਜਾਂ 3 ਵਾਰੀ ਵਧਾਉਣਾ ਹੈ। ਲੇਕਿਨ ਇਹ ਅੰਦੇਸ਼ਾ ਸੀਗਾ ਬਈ ਅਗਲੀ ਵਾਰੀ ਜਦੋਂ ਅਮਰੀਕਾ ਨੇ ਵਧਾਉਣਾ ਸ਼ਾਇਦ 50 ਬੇਸਿਸ ਪੁਆਇੰਟ ਨਾ ਵਧਾ ਦੇ। ਹਾਲਾਂਕਿ ਜਿਹੜੇ ਉਹਨਾਂ ਦੇ ਫੈਡਰਲ ਰਿਜ਼ਰਵ ਦੇ ਚੇਅਰਪਰਸਨ ਉਹਨਾਂ ਨੇ ਕਿਹਾ ਵੀ ਸੀਗਾ ਕਿ ਉਹ 3 ਵਾਰੀ ਵਧਾਉਣਗੇ ਔਰ ਸਮਾਲ ਇੰਟਰਵਲ ਨਾਲ ਵਧਾਉਣਗੇ। ਯਾਨੀ ਕਿ ਉਹਨਾਂ ਨੇ ਉਹਦਾ ਮਤਲਬ ਅੰਦਾਜ਼ਾ ਇਹ ਸੀ ਜਾਂ ਉਹਨਾਂ ਦਾ ਮਤਲਬ ਇਹ ਕਿਹਾ ਸੀ, ਗੈਸ ਵਰਕ ਇਹ ਦਿੱਤਾ ਸੀ ਸ਼ਾਇਦ 25 ਬੇਸਿਸ ਪੁਆਇੰਟ ਵਧੇਗਾ। ਲੇਕਿਨ ਪਿਛਲੀ ਵਾਰ ਜਦੋਂ ਇਨਫਲੇਸ਼ਨ ਦੇ ਨੰਬਰ ਆਏ ਬੜੇ ਹੈਵੀ ਨੰਬਰ ਸੀਗੇ ਔਰ ਅਨਐਮਪਲੋਇਮੈਂਟ ਰੇਟ ਵੀ ਬਹੁਤ ਲੋ ਹੈਗਾ। ਇਸ ਕਰਕੇ ਅਮਰੀਕਾ ਦੇ ਅੰਦਰ ਇਹ ਮੰਨਿਆ ਜਾਂਦਾ ਆ 50-50 ਚਾਂਸਸ ਨੇ, ਕਿਉਂਕਿ ਅਮਰੀਕਾ ਦੇ ਫੈਡਰਲ ਰਿਜ਼ਰਵ ਦੇ 2 ਮੈਂਬਰਸ ਨੇ ਵੀ ਕਹਿਤਾ ਸੀ ਬਈ 50 ਬੇਸਿਸ ਪੁਆਇੰਟ ਵਧਾਉਣਾ ਚਾਹੀਦਾ ਆ, ਤੇ ਹੋ ਸਕਦਾ ਹੈ ਅਮਰੀਕਾ 50 ਬੇਸਿਸ ਪੁਆਇੰਟ ਵਧਾਏ ਸਰ। ਤੇ ਵੈਸੇ ਇਹਦੇ ਬਾਰੇ ਨਾ ਕਈ ਮਤਲਬ ਕਈ ਲੋਕ ਸਵਾਲ ਇਹ ਪੁੱਛਦੇ ਨੇ, ਕਈ ਵਾਰ ਮੈਨੂੰ ਵੀ ਇਹ ਗੱਲ ਸਮਝ ਨਹੀਂ ਆਉਂਦੀ ਜੀ ਕਿ ਹੁਣ ਰੇਟ ਆਫ ਇੰਟਰਸਟ ਉੱਤੇ ਜਾਣ ਕਰਕੇ ਮਹਿੰਗਾਈ ਤੇ ਜਿਹੜੀ ਰੀਟੇਲ ਦੇ ਵਿੱਚ ਤੇ ਕੋਈ ਅਜੇ ਵੀ ਕੋਈ ਓਨਾ ਫਰਕ ਨਹੀਂ ਪਿਆ ਜੀ, ਤੇ ਜ਼ਿਆਦਾਤਰ ਤੇ ਲੋਕ ਮੌਰਗੇਜ 'ਤੇ ਤੰਗ ਹੋਏ ਨੇ ਜੀ। ਤੇ ਜਦੋਂ ਇਹਨਾਂ ਨੇ ਰੇਟ ਇਹਨਾਂ ਘਟਾਇਆ ਸੀ ਜੀ, ਉਦੋਂ ਸੀਗਾ ਚੱਲ ਰਿਹਾ ਲਾਕਡਾਊਨ, ਜੀ, ਸਾਰੀ ਇਕੋਨਮੀ ਠੱਪ ਸੀ। ਜੀ। ਤੇ ਆਪਾਂ ਰੇਟ ਆਫ ਇੰਟਰਸਟ ਉਦੋਂ ਵਧਾਉਂਦੇ ਆ ਜਦੋਂ ਲੱਗੇ ਵੀ ਇਕੋਨਮੀ ਡਾਊਨ ਹੋ ਰਹੀ ਹੈ ਤੇ ਆਪਾਂ ਲੋਕਾਂ ਨੂੰ ਥੋੜ੍ਹਾ ਜਿਹਾ ਇਨਕਰੇਜ ਕਰਨਾ। ਜਦੋਂ ਇਕੋਨਮੀ ਤੁਸੀਂ ਲਾਕਡਾਊਨ ਚੱਲ ਰਿਹਾ ਉਦੋਂ ਕਿਸ ਚੀਜ਼ ਲਈ ਇਨਕਰੇਜ ਕਰਨਾ ਸੀ ਇਹਨਾਂ ਨੇ, ਜਦੋਂ ਰੇਟ ਇੰਨਾ ਡਾਊਨ ਕੀਤਾ ਸੀ? ਘਰ ਖਰੀਦਣ ਲਈ ਨਹੀਂ ਸਰ, ਬਿਜ਼ਨੈਸਿਸ ਨੂੰ ਬਚਾਉਣਾ ਸੀਗਾ। ਦੇਖੋ ਸਵਾਲ ਇਹ ਹੈ ਸਰ ਕਿ ਲੋਕਾਂ ਨੇ ਉਸ ਪੈਸੇ ਨੂੰ ਕਿੱਥੇ ਯੂਟੀਲਾਈਜ਼ ਕੀਤਾ। ਸਰਕਾਰ ਹੈ ਕਿ ਇਹ ਤੇ ਬੰਦਾ ਚਲਾਉਂਦੀ ਨਹੀਂ ਵੀ ਤੁਸੀਂ ਪੈਸੇ ਨੂੰ ਕਿੱਥੇ ਯੂਟੀਲਾਈਜ਼ ਕਰਨਾ। ਨਹੀਂ, ਬਿਜ਼ਨੈਸ ਨੂੰ ਕਿਵੇਂ ਬਚਾਉਣਾ ਥੋੜਾ ਜਿਹਾ ਐਕਸਪਲੇਨ ਕਰੋ। ਦੇਖੋ ਸਰ ਇਸ ਟਾਈਮ ਹੈ, ਉਸ ਟਾਈਮ ਜਦੋਂ ਲਾਕਡਾਊਨ ਚੱਲ ਰਿਹਾ ਨਹੀਂ, ਬਿਜ਼ਨਸ ਤਾਂ ਦੱਸਣਾ ਰੈਂਟ ਸਬਸਿਡੀ ਸੀ ਸਰ। ਓਕੇ, ਰੈਂਟ ਸਬਸਿਡੀ ਸੀ। ਜੇ ਬਿਜ਼ਨਸ ਤੁਸੀਂ ਤੁਹਾਨੂੰ ਪਤਾ ਕਮਰਸ਼ੀਅਲ ਦੇ ਅੰਦਰ ਜੇ ਤੁਸੀਂ 1 ਮਹੀਨੇ ਦਾ ਰੈਂਟ ਨਹੀਂ ਦਿੱਤਾ ਉਹਨੇ ਲੋਕ ਲਾ ਦੇਣਾ। ਤੇ ਜੇ ਤੁਸੀਂ ਹੁਣ ਲਾਕਡਾਊਨ ਚੱਲ ਰਿਹਾ ਹੈ, ਤੁਹਾਡਾ ਰੈਸਟੋਰੈਂਟ ਹੀ ਨਹੀਂ ਚੱਲ ਰਿਹਾ, ਤਾਂ ਤੁਸੀਂ ਫਿਰ ਕਿਸ ਤਰ੍ਹਾਂ ਉਹ ਰੈਂਟ ਪੇ ਕਰੋਗੇ? ਤੇ ਯੂ ਵਿਲ ਬੀ ਆਊਟ ਆਫ ਦ ਬਿਜ਼ਨਸ। ਔਰ ਫਿਰ ਦੁਬਾਰਾ ਫਿਰ ਉਹੋ ਜਿਹਾ ਇਨਫਰਾਸਟਰਕਚਰ ਖੜਾ ਕਰਨਾ ਬੜਾ ਔਖਾ। ਇਸ ਤਰ੍ਹਾਂ ਏਅਰਲਾਈਨ ਇੰਡਸਟਰੀ ਦਾ ਸੀਗਾ ਜਾਂ ਹੋਰ ਕਈ ਬਿਜ਼ਨਸ ਸੀਗਾ, ਆਫਿਸਿਸ ਦੇ ਰੈਂਟ ਸੀਗੇ, ਫਿਰ ਵੇਜ ਸਬਸਿਡੀ ਸੀਗੀ। ਹਾਂ, ਉਹ ਤਾਂ ਗੱਲਾਂ ਸਮਝ ਆ ਗਈਆਂ, ਉਹ ਤਾਂ ਮੈਨੂੰ ਸਮਝ ਆ ਗਿਆ ਵੀ ਰੈਂਟ ਸਬਸਿਡੀ ਸਮਝ ਆ ਗਈ, ਬਾਕੀ ਚੀਜ਼ਾਂ ਸਮਝ ਆ ਗਈਆਂ ਜੀ। ਪਰ ਰੇਟ ਆਫ ਇੰਟਰਸਟ ਕਿਸ ਚੀਜ਼ ਲਈ ਘਟਾਇਆ ਗਿਆ ਸੀ? ਕਿਹੜੇ ਜਦੋਂ ਕੰਮ ਹੀ ਨਹੀਂ ਚੱਲ ਰਹੇ, ਕੰਮ ਬੰਦ ਨੇ, ਜੀ ਜੀ, ਤੇ ਉਸ ਬੈਂਕ ਨੇ ਲੋਕਾਂ ਨੇ ਨਵੇਂ ਲੋਨ ਲੈ ਕੇ ਕੀ ਕੰਮ ਕਰਨਾ ਸੀ ਉਸ ਵੇਲੇ? ਨਹੀਂ ਸਰ, 2-3 ਗੱਲਾਂ ਹੁੰਦੀਆਂ। ਦੇਖੋ ਜਿਹੜੇ ਤੁਸੀਂ ਬੈਂਕ ਆਫ ਕੈਨੇਡਾ ਦਾ ਕੋਲ ਹਥਿਆਰ ਕੀ ਹੈਗਾ, ਬੇਸਿਕਲੀ ਪਾਲਿਸੀ ਮੇਕਿੰਗ 'ਤੇ ਰੇਟ ਆਫ ਇੰਟਰਸਟ ਸੈੱਟ ਕਰਨਾ ਹੀ ਹੈ ਨਾ। ਹੋਰ ਕੋਈ ਬੈਂਕ ਆਫ ਕੈਨੇਡਾ ਜਿੰਨਾ ਕੋਈ ਜ਼ਿਆਦਾ ਤਾਂ ਉਹਦੇ ਕੋਲ ਟੂਲਸ ਨਹੀਂ ਹੁੰਦੇ ਹੈਗੇ। ਜਾਂ ਕਹਿ ਲਓ ਕਿ ਤੁਸੀਂ ਕੁਆਂਟੀਟਿਵ ਈਜ਼ਿੰਗ ਹੈ, ਕੁਆਂਟੀਟਿਵ ਟਾਈਟਨਿੰਗ ਹੈ। ਜਿਵੇਂ ਬੈਂਕ ਆਫ ਕੈਨੇਡਾ ਜਿਹੜਾ ਹੈ ਆਪਣੇ ਹੀ ਬੌਂਡ ਬਾਏ ਬੈਕ ਕਰਦਾ ਜਾਂ ਆਪਣੇ ਬੌਂਡਸ ਖਰੀਦਦਾ ਆ, ਤੇ ਉਹ ਚੀਜ਼ਾਂ ਹੈਗੀਆਂ ਨੇ ਤੇ ਉਹ ਬੜੇ ਲਿਮਿਟਿਡ ਟੂਲਸ ਹੈਗੇ ਨੇ। ਵਿਦਿਨ ਦੈਟ ਲਿਮਿਟਿਡ ਟੂਲਸ if you look at it, it's like, ਠੀਕ ਹੈ, with all these circumstances, ਲੋਕੀ ਘਰਾਂ ਦੀ ਮਾਰਕੀਟ ਫਸੇ ਹੋਏ ਨੇ। ਪਰ I think Canada has done very well during the COVID. ਹਾਂ, ਇੱਕ last 6 month ਜਿਹੜਾ ਆ, they have been late in making decisions, they have been late in curtailing inflation, ਔਰ ਇਹ ਜਿਹੜਾ ਹੈ ਕੁਝ ਐਕਸੈਸ ਪੈਸੇ ਵੀ ਦੇ ਦਿੱਤੇ ਗਏ ਆ, ਔਰ ਕੁਝ ਜਿਹੜਾ ਹੈ ਇਹਦੇ ਤੇ ਜਿਹੜੀ ਤੁਸੀਂ ਕਹਿ ਸਕਦੇ ਰੈਗੂਲੇਟਰੀ ਅਥਾਰਟੀਜ਼ ਨੇ ਜਾਂ ਜਿਹੜੀ ਕੰਪਲਾਇੰਸ ਸੀਗੀ ਉਹ ਲੂਜ਼ ਸੀਗੀਆਂ। ਇਹ ਚੀਜ਼ਾਂ ਤੁਸੀਂ ਜ਼ਰੂਰ ਕਹਿ ਸਕਦੇ ਹੋ। ਪਰ ਜਿਵੇਂ ਕੁਝ ਇਹ ਆਰਗੂਮੈਂਟ ਦਿੱਤੀ ਜਾਂਦੀ ਹੈ ਕਿ ਜਦੋਂ ਤੁਸੀਂ ਪੈਂਡੈਮਿਕ ਦੌਰਾਨ, ਜਦੋਂ ਲਾਕਡਾਊਨ ਚੱਲ ਰਿਹਾ, ਜਦੋਂ ਕੋਈ ਬਿਜ਼ਨਸ ਐਕਟੀਵਿਟੀ ਤੇ ਹੋ ਨਹੀਂ ਰਹੀ ਖਾਸ, ਜੀ, ਤੁਸੀਂ ਰੇਟ ਆਫ ਇੰਟਰਸਟ ਇੰਨਾ ਡੇਗ ਕੇ ਬੇਸਿਕਲੀ ਇੱਕ ਪਾਸੇ ਰੇਟ ਆਫ ਇੰਟਰਸਟ ਡਿੱਗਿਆ, ਦੂਜੇ ਪਾਸੇ ਲੋਕਾਂ ਨੂੰ ਫ੍ਰੀ ਪੈਸਾ ਦਿੱਤਾ, ਜਿਹੜੇ ਲੋਨਸ ਵਗੈਰਾ ਦਿੱਤੇ। ਉਹਦੇ ਨਾਲ ਸਿਵਾਏ ਇਸ ਦੇ ਕਿ ਲੋਕਾਂ ਨੂੰ ਹੋਰ ਘਰ ਖਰੀਦਣ ਲਈ ਤੁਸੀਂ ਇਨਕਰੇਜ ਕਰੋ ਤੇ ਹਾਊਸਿੰਗ ਮਾਰਕੀਟ 'ਚ ਅੱਗ ਲਾਈ, ਹੋਰ ਉਸਨੇ ਕੋਈ ਰੋਲ ਉਹਨਾਂ ਨਹੀਂ ਪਲੇ ਕੀਤਾ ਉਸ ਚੀਜ਼ ਨੇ। ਅੱਛਾ ਜਸਵੀਰ ਜੀ, ਤੁਸੀਂ ਘਰ ਖਰੀਦਣ ਦੀ ਗੱਲ ਕਰ ਰਹੇ ਹੋ। ਹਾਂਜੀ, ਤੁਸੀਂ ਮੈਨੂੰ ਦੱਸ ਸਕਦੇ ਹੋ ਕੋਕੇਸ਼ੀਅਨ ਕਮਿਊਨਿਟੀ, ਮੇਨ ਸਟ੍ਰੀਮ ਕਮਿਊਨਿਟੀ, ਬਲੈਕ ਕਮਿਊਨਿਟੀ, ਅਰਬਿਕ, ਕਿੰਨੇ ਕੁ ਉਹਨਾਂ ਨੇ ਘਰ ਲਏ ਆ? ਇਹ ਸਿਰਫ ਇੱਕ ਕਮਿਊਨਿਟੀ ਦੀ ਪ੍ਰੋਬਲਮ ਹੈ ਸਰ। ਸੋ ਪੂਰਾ ਹਾਊਸਿੰਗ ਕ੍ਰਾਈਸਿਸ ਤੁਹਾਡੇ ਹਿਸਾਬ ਨਾਲ ਇੱਕੋ ਕਮਿਊਨਿਟੀ ਨੇ ਪੈਦਾ ਕੀਤਾ? ਇਹ ਸਰ ਸਾਡੀ ਕਮਿਊਨਿਟੀ 'ਚ ਜ਼ਿਆਦਾ ਆ। ਮੈਂ ਨਹੀਂ ਕਹਿੰਦਾ ਕਿ ਇਸ ਸਾਡੀ ਹੀ ਕਮਿਊਨਿਟੀ ਨੇ ਮਤਲਬ ਕੀਤਾ ਇਕੱਲਾ, ਲੇਕਿਨ ਸਾਡੀ ਕੰਟਰੀਬਿਊਸ਼ਨ ਉਹਦੇ 'ਚ ਜ਼ਿਆਦਾ ਆ ਬਾਕੀ ਕਮਿਊਨਿਟੀਜ਼ ਨਾਲੋਂ ਸਰ, ਕਿਉਂਕਿ ਅਸੀਂ ਲੋਕ ਜਿਹੜੇ ਹਾਂ ਇੱਕ। ਪਰ ਜੇ ਕੋਈ ਹੋਰ ਦੂਸਰਾ ਬੰਦਾ ਇਹ ਗੱਲ ਕਹਿ ਦੇਵੇ ਤੇ ਫਿਰ ਅਸੀਂ ਰੌਲਾ ਪਾ ਲੈਣਾ ਕਿ ਵੀ ਇਹ ਰੇਸਿਜ਼ਮ ਹੈ। ਨਹੀਂ ਸਰ, ਦੇਖੋ ਆਈ ਐਮ ਅ ਫਾਈਨੈਂਸ਼ੀਅਲ ਐਡਵਾਈਜ਼ਰ, ਮੈਂ ਲੋਕਾਂ ਨੂੰ ਮਿਲਦਾ ਹਾਂ, ਮੈਂ ਵੀ ਉਸੇ ਕੰਟਰੀ ਤੋਂ ਆਏ ਹਾਂ, ਉੱਥੋਂ ਅਸੀਂ ਆਏ ਹਾਂ। ਇੱਥੇ ਤੁਹਾਨੂੰ ਈਜ਼ੀਲੀ ਕ੍ਰੈਡਿਟ ਅਵੇਲੇਬਲ ਹੁੰਦਾ ਹੈ। ਜਦੋਂ ਤੁਹਾਡੀਆਂ ਹੈਬਿਟਸ ਚੰਗੀਆਂ ਨਾ ਹੋਣ, ਜਦੋਂ ਤੁਹਾਡੇ 'ਤੇ ਆਪਣਾ ਕੋਈ ਡਿਸਿਪਲਿਨ ਨਾ ਹੋਏ, ਅਤੇ ਤੁਸੀਂ ਸਟਰਕਚਰਡ ਨਾ ਹੋ,
ਤਾਂ ਨੈਚੁਰਲੀ ਗੱਲ ਹੈ ਸਰ ਤੁਸੀਂ ਇਹੋ ਜਿਹੀ ਗਲਤੀਆਂ ਕਰੋਗੇ। ਔਰ ਖਾਸ ਤੌਰ 'ਤੇ ਜਿਹੜੇ ਵਿਚਾਰੇ ਲੋਕ ਨਵੇਂ ਆਏ ਆ ਪਿਛਲੇ 2-4 ਸਾਲ ਦੇ ਅੰਦਰ, ਉਹਨਾਂ ਨੇ ਇਹ ਗਲਤੀਆਂ ਕੀਤੀਆਂ। ਮੈਨੂੰ ਨਹੀਂ ਲੱਗਦਾ ਜਿਹੜੇ ਕੋਈ 20-25 ਸਾਲ ਜਿਹਨੂੰ ਹੋ ਗਏ ਆਏ 30 ਸਾਲ ਹੋ ਗਏ, ਉਹਨੇ ਇਹੋ ਜਿਹੀ ਗਲਤੀਆਂ ਕੀਤੀਆਂ ਕਿ ਉਹਨਾਂ ਨੇ ਰਿਸੈਸ਼ਨ, ਬੂਮ ਐਂਡ ਬਸਟ ਸਾਰੀ ਚੀਜ਼ਾਂ ਦੇਖੀਆਂ ਹੈਗੀਆਂ। ਇਹ ਪਿਛਲੇ 2-4 ਸਾਲ 'ਚ ਜਿਹੜੇ ਵਿਚਾਰੇ ਨਵੇਂ ਲੋਕ ਆਏ ਆ, ਜੇ ਤੁਸੀਂ ਉਹਨਾਂ ਨੂੰ ਸਮਝਾਉਣੇ ਵੀ ਹੈ ਤਾਂ ਸੋਚਦੇ ਵੀ ਸ਼ਾਇਦ ਬਈ ਇਹ ਤੇ ਇਹਨਾਂ ਨੇ ਸਾਨੂੰ ਜ਼ਿਆਦਾ ਪਤਾ ਆ ਵੀ ਇਹ ਜ਼ਿਆਦਾ। ਇੱਕ ਚੀਜ਼ ਹੋਰ ਐਕਸਪਲੇਨ ਕਰੋ, ਜਿਹੜੀ ਪਿਛਲੇ ਦਿਨਾਂ 'ਚ ਅਸੀਂ ਕੁਝ ਸਟੋਰੀਜ਼ ਕਰ ਰਹੇ ਸੀ ਇੱਦਾਂ ਦੀਆਂ, ਜਿਹੜੇ ਇਸ ਵੇਲੇ ਰੀਸੈਂਟ ਟ੍ਰੈਂਡਸ ਨੇ ਉਹ ਅਸੀਂ ਜ਼ਿਆਦਾ ਫੋਕਸ ਕੀਤਾ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਹੈ ਉਹਨਾਂ 'ਚ ਇਸ ਵੇਲੇ ਜੌਬ ਦੀ ਬਹੁਤ ਵੱਡੀ ਪ੍ਰੋਬਲਮ ਹੈ, ਬਹੁਤ ਸੀਰੀਅਸ ਪ੍ਰੋਬਲਮ ਹੈ ਉਹਨਾਂ ਨੂੰ। ਮਤਲਬ ਪਿਛਲੇ ਕਈ ਤੇ 3-3 4-4 ਸਾਲ ਮਹੀਨਿਆਂ ਤੋਂ ਬੈਠੇ ਨੇ, ਉਹਨੂੰ ਕੋਈ ਕੰਮ ਨਹੀਂ ਮਿਲ ਰਿਹਾ। ਅਤੇ ਦੂਜੇ ਪਾਸੇ ਜਿਹੜੇ ਨੰਬਰਸ ਨੇ ਕਿ ਲੇਬਰ ਸ਼ਾਰਟੇਜ ਹੈ ਜਾਂ ਮਤਲਬ ਜੌਬਸ ਦੀ ਓਵਰਆਲ ਸਿਚੁਏਸ਼ਨ ਬਹੁਤ ਚੰਗੀ ਹੈ। ਸੋ ਇਹ ਜਿਹੜੀ ਇਸ ਵੇਲੇ ਅਸੀਂ ਇਹ ਸੁਣ ਰਹੇ ਹਾਂ ਜਿਹੜੇ ਇਸ ਸੈਕਸ਼ਨ 'ਚੋਂ, ਜਿਹੜੀ ਕਿ ਪਿਛਲੇ ਸਾਲਾਂ 'ਚ ਨਹੀਂ ਸੀ, ਉਹ ਦੱਸਦੇ ਨੇ ਜਿਹੜੇ ਪੁਰਾਣੇ ਨੇ ਕਿ ਪਹਿਲਾਂ ਨਹੀਂ ਸੀ ਉੱਦਾਂ ਹੁੰਦਾ ਇੱਦਾਂ। ਇਸ ਵਾਰ ਇਹ ਕੁਛ ਬਹੁਤ ਹੀ ਡਿਫਰੈਂਟ ਚੀਜ਼ ਹੋ ਰਹੀ ਹੈ ਕਿ ਉਹਨਾਂ ਨੂੰ ਕੰਮ ਨਹੀਂ ਮਿਲ ਰਹੇ। ਇਹਦਾ ਕੀ ਕਾਰਨ ਹੋ ਸਕਦਾ? ਇਟਸ ਅ ਮਿਸਮੈਚ ਸਰ। ਅੱਛਾ, I think it's a totally chaos in the job market right now. ਕਿਉਂਕਿ ਪਿਛਲੇ 2 ਸਾਲ 'ਚ ਖਾਸ ਤੌਰ 'ਤੇ ਪੈਂਡੈਮਿਕ ਤੋਂ ਪਹਿਲਾਂ ਜਿਹੜੇ ਲੋਕ ਸਪੋਜ਼, ਕਿਉਂਕਿ ਬੜੀ ਜਿਹੜੀ ਤੁਸੀਂ ਕਹਿ ਸਕਦੇ ਮੂਵਮੈਂਟ ਹੋਈ ਹੈ। ਜਿਹੜੇ ਲੋਕ ਕਹਿ ਲਓ ਰੈਸਟੋਰੈਂਟ ਦੇ ਅੰਦਰ ਕੰਮ ਕਰਦੇ ਸੀਗੇ, ਉਹ ਆਪਣੇ ਨਾ ਚਾਹੁੰਦੇ ਹੋਏ ਕੰਮ ਕਰ ਰਹੇ ਸੀਗੇ। ਨਾਓ ਦੇ ਹੈਵ ਮੂਵਡ ਇਨਟੂ ਡਿਫਰੈਂਟ ਪ੍ਰੋਫੈਸ਼ਨ, ਕਿਉਂਕਿ ਉਹਨਾਂ ਨੂੰ ਪੈਂਡੈਮਿਕ ਦੇ ਦੌਰਾਨ ਪੈਸੇ ਵੀ ਮਿਲ ਗਏ, ਉਹਨਾਂ ਨੂੰ ਬੈਠ ਕੇ ਸੋਚਣ ਦਾ ਮੌਕਾ ਵੀ ਮਿਲ ਗਿਆ ਵੀ ਮੈਂ ਜ਼ਿੰਦਗੀ 'ਚ ਕਰ ਕੀ ਰਿਹਾ, ਕਿ ਇਹ ਕੰਮ ਜਿਹੜਾ ਕਿੱਤਾ ਮੈਂ ਅਪਣਾਇਆ ਹੈ ਕਿ ਮੇਰਾ ਕੈਰੀਅਰ ਹੈ ਜਾਂ ਮੈਂ ਐਵੇਂ ਟਾਈਮ ਪਾਸ ਕਰ ਰਿਹਾ, ਵਾਈ ਨਾਟ ਆਈ ਗੋ ਫॉर ਅ ਪ੍ਰੋਫੈਸ਼ਨਲ ਕੈਰੀਅਰ। ਉਹ ਮੂਵ ਆਊਟ ਹੋ ਗਏ। ਹੁਣ ਉਹਦੇ ਅੰਦਰ ਜਿਹੜੇ ਦੂਸਰੇ ਲੋਕ ਨਵੇਂ ਆਏ ਆ, ਉਹਨਾਂ ਕੋਲ ਉਹ ਸਕਿੱਲ ਸੈੱਟ ਨਹੀਂ ਹੈਗੀ ਆ, ਜਾਂ ਫਿਰ ਜਿਹੜੇ ਹੁਣ ਤੁਸੀਂ ਕਹਿ ਸਕਦੇ ਇਸ ਟਾਈਮ ਤੁਸੀਂ ਜਿਸ ਕਿਸੇ ਵੀ ਇੰਪਲੋਇਰ ਨੂੰ ਪੁੱਛ ਕੇ ਦੇਖੋ। ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦਿੰਦਾ ਹਾਂ। ਮੈਂ ਲਾਸਟ 2 ਵੀਕ ਤੋਂ ਆਈ ਵਾਜ਼ ਲੁਕਿੰਗ ਫॉर ਕਲੀਨਰ ਨਹੀਂ ਮਿਲਦੀ ਜੀ। ਕਿਸੇ ਬੰਦੇ ਨੂੰ ਤੁਸੀਂ ਕਲੀਨਰ ਨੂੰ ਫੋਨ ਕਰਕੇ ਦੇਖ ਲਓ, ਅੱਛਾ ਫਿਰ ਕਹਿਣਗੇ ਜੀ ਕੈਸ਼ 'ਤੇ ਕੰਮ ਕਰਨਾ। ਆਈ ਸੈਡ ਨਹੀਂ ਵੀ ਮੇਰਾ ਆਫਿਸ ਦਾ ਕੰਮ ਆ, ਵਾਈ ਵੁੱਡ ਆਈ ਪੇ ਕੈਸ਼? ਅਸੀਂ ਵਰਕਰ ਹੀ ਇਹੋ ਜਿਹੇ ਬੁਲਾਏ ਹੋਏ ਨੇ ਜਿਹੜੇ ਕੈਸ਼ 'ਤੇ ਕੰਮ ਕਰਨਾ ਚਾਹੁੰਦੇ, ਕਿਉਂਕਿ ਉਹ ਹੋਰ ਕਿਸੇ ਪਾਸਿਓਂ ਕੋਈ ਬੈਨੀਫਿਟ ਲੈ ਰਹੇ ਆ। ਕਹਿ ਰਹੇ ਜੀ ਕੰਪਲਾਇੰਸ ਐਂਡ ਰੈਗੂਲੇਟਰੀ ਅਥਾਰਟੀਜ਼ ਦੀ ਇਹ ਕਮੀ ਹੈ ਕਿ ਇਸ ਟਾਈਮ ਜੇ ਤੁਸੀਂ ਦੇਖੋ, ਤੁਸੀਂ ਹੋਰ ਦੱਸਾਂ ਤੁਹਾਨੂੰ ਸਨੋ ਸ਼ਵਲ ਅੱਜ ਰਾਤੀ ਸਨੋ ਪੈਣੀ ਆ, ਠੀਕ ਆ। ਤੁਸੀਂ ਕੱਲ ਸਵੇਰੇ ਕਿਸੇ ਬੰਦੇ ਨੂੰ ਕਹਿ ਲਓ ਵੀ ਸਨੋ ਸ਼ਵਲ ਵਾਲੇ ਕਿਸੇ ਬੰਦੇ ਨੂੰ ਫੋਨ ਕਰਕੇ ਦੇਣਾ, ਫੋਨ ਹੀ ਨਹੀਂ ਕਿਸੇ ਨੇ ਚੱਕਣਾ। ਪਰ ਇਹ ਚੀਜ਼ ਨੂੰ ਮੈਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼, ਮੇ ਵੀ ਤੁਸੀਂ ਇਹਦੇ ਬਾਰੇ ਜ਼ਿਆਦਾ ਬਿਹਤਰ ਦੱਸ ਸਕਦੇ ਹੋ। ਇਹ ਜਿਹੜੀ ਇਸ ਵੇਲੇ ਲੇਬਰ ਸ਼ਾਰਟੇਜ ਦੀ ਗੱਲ ਕੀਤੀ ਜਾਂਦੀ, ਮੈਂ ਕਈ ਲੋਕਾਂ ਨਾਲ ਗੱਲ ਕੀਤੀ ਜੀ। ਅੱਛਾ, 1-2 ਮੈਂ ਆਰਟੀਕਲਸ ਵੀ ਪੜ੍ਹੇ ਕਿ ਇੱਕ ਤਾਂ ਜਿਹੜੀ ਇਕੋਨਮੀ 'ਚ, ਭਾਵੇਂ ਦੁਨੀਆ ਦੀ ਕੋਈ ਇਕੋਨਮੀ ਹੋਵੇ, ਕੁਛ ਨਾ ਕੁਛ ਸੈਕਟਰ 'ਚ ਲੇਬਰ ਸ਼ਾਰਟੇਜ ਹਮੇਸ਼ਾ ਰਹਿੰਦੀ ਹੈ ਜੀ। ਅਤੇ ਇੱਥੇ ਤਾਂ ਚਲੋ ਆਬਾਦੀ ਘੱਟ ਹੈ, ਇੰਡੀਆ 'ਚ ਤਾਂ ਆਬਾਦੀ ਦੀ ਕੋਈ ਕਮੀ ਨਹੀਂ ਹੈ। ਉੱਥੇ ਵੀ ਕਿੰਨੇ ਹੀ ਸੈਕਟਰ ਨੇ, ਤੁਸੀਂ ਪੁੱਛ ਕੇ ਦੇਖ ਲਓ, ਕਹਿੰਦੇ ਨੇ ਸਾਨੂੰ ਕੰਮ ਵਾਲੇ ਨਹੀਂ ਮਿਲਦੇ। ਪੰਜਾਬ ਦੇ ਵਿੱਚ ਖੇਤੀ ਵਾਲਿਆਂ ਨੂੰ ਵਰਕਰ ਨਹੀਂ ਮਿਲਦੇ। ਮਤਲਬ ਸਰ ਇੱਥੋਂ ਤੱਕ ਸਿਚੁਏਸ਼ਨ। ਪੰਜਾਬ ਦੀ ਸਰ ਆਪਣੀ ਪ੍ਰੋਬਲਮ ਹੈ। ਪੰਜਾਬ ਦੀ ਪ੍ਰੋਬਲਮ ਦੇਖੋ ਸਰ, ਉਹ ਇਹ ਹੈਗੀ ਹੈ ਕਿ ਪੰਜਾਬੀ ਉੱਥੇ ਕੰਮ ਕਰਕੇ ਰਾਜੀ ਨਹੀਂ। ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਸਰ, ਪੰਜਾਬੀ ਆਪਣੇ ਸਾਡੇ ਜਿਹੜੇ ਬੱਚੇ ਨੇ ਉੱਥੇ ਇੱਕ ਤੇ ਹੀਨ ਭਾਵਨਾ ਮਹਿਸੂਸ ਕਰਦੇ ਵੀ ਮੈਂ ਗਾਰੇ 'ਚ ਲਿਬੜਾਂਗਾ, ਮੈਂ ਉਹ ਆਹ ਕੰਮ ਕਰਾਂਗਾ, ਮੈਂ ਮਜ਼ਦੂਰੀ ਕਰਾਂਗਾ। ਫਿਰ ਲੋਕੀ ਮਿਹਣਾ ਮਾਰਨਗੇ, ਕੋਈ ਉਹਨੂੰ ਕਹਿਣਗੇ ਵੀ ਤੂੰ ਆਹ ਕਿਹੜੇ ਕੰਮ ਪਿਆ ਯਾਰ, ਤੂੰ ਜ਼ਿਮੀਂਦਾਰਾਂ ਦਾ ਮੁੰਡਾ ਆ, ਤੂੰ ਆਹ ਕੰਮ ਪਿਆ, ਵੀ ਤੂੰ ਤਾਂ ਸੇਠਾਂ ਦਾ ਮੁੰਡਾ ਆ, ਤੂੰ ਇਹ ਕਿਹੜੇ ਕੰਮ ਪਿਆ, ਸਾਈਕਲ ਤੇ ਤੁਰਿਆ ਫਿਰਦਾ, ਤੂੰ ਕਿਉਂ ਨਹੀਂ ਮੋਟਰਸਾਈਕਲ ਲੈਂਦਾ। ਉੱਥੇ ਸਰ ਉਹਦੀ ਉਹ ਸੋਸਾਇਟੀ ਦੀ ਆਪਣੀ ਅਲੱਗ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਲੇਬਰ ਸ਼ਾਰਟੇਜ ਦੀ ਪ੍ਰੋਬਲਮ ਇਹੋ ਜਿਹੀ ਪ੍ਰੋਬਲਮ ਹੈ ਜਿਹੜੀ ਪਹਿਲਾਂ ਪਿਛਲੇ ਜੇ ਅਸੀਂ 10-20 ਸਾਲਾਂ ਦੀ ਗੱਲ ਕਰੀਏ ਇਸ ਕੈਨੇਡਾ ਕੰਟਰੀ 'ਚ ਕਦੇ ਨਹੀਂ ਆਈ। ਉਸ ਤਰ੍ਹਾਂ ਦੀ ਪ੍ਰੋਬਲਮ ਇਸ ਵੇਲੇ ਲੇਬਰ ਸ਼ਾਰਟੇਜ ਸਰ ਬਿਕਾਜ਼ ਆਫ ਪੈਂਡੈਮਿਕ ਇਹ ਡਿਟੀਰੀਏਟ ਹੋਈ ਹੈ। ਓਕੇ, ਮਿਸਮੈਚ ਹੈ। ਲੇਬਰ ਹੈਗੀ ਹੈ ਸਰ, ਮਿਸਮੈਚ ਹੈਗੀ ਹੈ। ਤੁਸੀਂ ਅੱਜ ਦੀ ਡੇਟ ਚਲੋ ਜੋ ਤੁਹਾਨੂੰ ਪਲੰਬਰ ਨਹੀਂ ਲੱਭਦਾ, ਤੁਹਾਨੂੰ ਇਲੈਕਟ੍ਰੀਸ਼ੀਅਨ ਨਹੀਂ ਲੱਭਦਾ, ਅਤੇ ਹੁਣ ਜੇ ਤੁਸੀਂ ਇੱਥੇ ਕੋਈ ਬੱਚਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਜਿਹੜੇ ਸਟੂਡੈਂਟ ਆਏ ਨੇ, ਜੇ ਤੁਸੀਂ ਉਹਨੂੰ ਕੋਈ ਇਲੈਕਟ੍ਰੀਸ਼ੀਅਨ ਦਾ ਕੋਰਸ ਕਰ, ਪਲੰਬਿੰਗ ਦਾ ਕੋਰਸ ਕਰ, ਟੂਲ ਐਂਡ ਡਾਈ ਮੇਕਿੰਗ ਕੋਰਸ ਕਰ, ਇਸ ਤਰ੍ਹਾਂ ਦੇ ਤੁਸੀਂ ਜੇ ਜੋਬ ਤੁਸੀਂ ਕਰੋ ਸਰ, ਤਾਂ ਜੋਬਸ ਹੀ ਜੋਬਸ ਹੈਗੀ ਹੈ। ਹੁਣ ਤੁਸੀਂ ਘਰ ਪਰ ਫਿਰ ਉਹੀ ਸਵਾਲ ਇਹ ਗਵਰਨਮੈਂਟ ਨੂੰ ਉੱਠਦਾ ਕਈ ਵਾਰ, ਮਤਲਬ ਪੁੱਛਣ ਦੀ ਕੋਸ਼ਿਸ਼ ਉਹਨੂੰ ਕਰੀਦੀ ਵੀ ਫਿਰ ਤੁਸੀਂ ਬੰਦੇ ਬੁਲਾ ਵੀ ਲਏ, ਇਹਦੇ ਬਾਵਜੂਦ ਲੇਬਰ ਸ਼ਾਰਟੇਜ ਹੈ, ਤਾਂ ਕੁਝ ਬੰਦੇ ਕਹਿੰਦੇ ਸਾਨੂੰ ਕੰਮ ਨਹੀਂ ਮਿਲਦਾ। ਇਹਦਾ ਮਤਲਬ ਹੈ ਵੀ ਤੁਸੀਂ ਫਿਰ ਸਹੀ ਬੰਦੇ ਨਹੀਂ ਬੁਲਾ ਰਹੇ। ਇਹਦਾ ਮਤਲਬ ਤਾਂ ਇਹ ਨਾ ਕਿ ਉਹਦੇ 'ਚ ਕੋਈ, ਜਿਵੇਂ ਤੁਸੀਂ ਖੁਦ ਹੀ ਗੱਲ ਕਿਹਾ ਵੀ ਮਿਸਮੈਚ ਹੈ। ਯੈਸ, ਐਬਸੋਲੂਟਲੀ ਸਰ, ਦੇਰ ਇਜ਼ ਲਾਈਕ ਦੋ ਤੁਸੀਂ ਇਸ ਤਰ੍ਹਾਂ ਹੈ ਸਰ, ਜਿਸ ਤਰ੍ਹਾਂ ਤੁਸੀਂ ਮਟੀਰੀਅਲ ਮੰਗਾ ਲਿਆ, ਲੇਕਿਨ ਉਸ ਮਟੀਰੀਅਲ ਨੂੰ ਹੁਣ ਤੁਸੀਂ ਜਿਸ ਤਰ੍ਹਾਂ ਮਕਾਨ ਬਣਾਉਣਾ ਆ, ਇੱਟ ਕਿੱਥੇ ਲਾਣੀ, ਸੀਮੈਂਟ ਕਿੱਥੇ ਲਾਣਾ, ਕਿੰਨਾ ਤੁਸੀਂ ਰੇਤਾ ਪਾਉਣਾ, ਉਹ ਤਾਂ ਸਰ ਤੁਸੀਂ ਡਿਸਾਈਡ ਕਰਨਾ ਆ। ਮਟੀਰੀਅਲ ਹੈਗਾ ਆ, ਲੇਕਿਨ ਉਹਨੂੰ ਜਿਹੜਾ ਆਰਗੇਨਾਈਜ਼ ਕਰਨਾ ਉਹਦੇ 'ਚ ਕਮੀ ਹੈ। ਉਹਦੇ 'ਚ ਕੋਈ ਜਿਹੜੀ ਸਾਡੀਆਂ ਪਾਲਿਸੀਜ਼ ਨੇ ਉਹ ਫੇਲ ਹੋਈਆਂ ਨੇ। ਜੀ ਜੀ ਜੀ। ਅਤੇ ਸੋ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਹੁਣ ਤੁਹਾਨੂੰ ਇਸ ਵੇਲੇ ਕੀ ਲੱਗਦਾ ਕਿ ਮਾਰਕੀਟ ਦਾ ਜਿਹੜਾ ਅਗਲੇ ਮਹੀਨੇ ਨੇ ਕਿਸ ਤਰ੍ਹਾਂ ਦੇ ਰਹਿਣਗੇ?
The market is pretty good, sir. ਇਹ ਬੇਸਿਕਲੀ ਚਾਹੁੰਦੇ ਆ ਕਿ ਫਸਟ ਹਾਫ ਜਿਹੜਾ ਹੈ ਉਹ 0% GDP ਗਰੋ ਕਰੇ। ਬੈਂਕ ਆਫ ਕੈਨੇਡਾ ਵੀ ਨਹੀਂ ਚਾਹੁੰਦਾ, ਸਰਕਾਰ ਵੀ ਨਹੀਂ ਚਾਹੁੰਦੀ। ਇਹ ਚਾਹੁੰਦੇ ਆ ਕਿ ਇਕੋਨਮੀ ਥੋੜ੍ਹੀ ਜਿਹੀ ਸਲੋ ਹੋਵੇ ਤਾਂ ਕਿ ਇਨਫਲੇਸ਼ਨ ਜਿਹੜੀ ਆ ਥੋੜ੍ਹੀ ਜਿਹੀ ਠੱਲ ਪਏ ਉਹਦੇ 'ਤੇ, ਔਰ ਖਾਸ ਤੌਰ 'ਤੇ ਵੇਜ ਇਨਫਲੇਸ਼ਨ ਜਿਹੜੀ ਹੈ ਉਹਦੇ 'ਤੇ ਠੱਲ ਪਵੇ, ਅਤੇ ਦੈਨ ਫਿਰ ਹੋ ਸਕਦਾ ਇਹ ਚੀਜ਼ਾਂ ਬਰਕਰਾਰ ਹੋਣ। ਕਿਉਂਕਿ ਤੇ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖ ਲਓ ਸਰ, ਇਹ ਸਟਾਕ ਮਾਰਕੀਟ ਇਜ਼ ਅ ਵੈਰੀ ਗੁੱਡ ਇੰਡੈਕਸ ਆਫ ਦੀ ਇਕੋਨਮੀ। ਔਰ ਬੈਂਕਸ ਦੀ ਤੁਸੀਂ ਅਰਨਿੰਗ ਦੇਖ ਲਓ। ਬੈਂਕ ਦੀ ਅਰਨਿੰਗ ਕਿਸੇ ਵੀ ਬੈਂਕ ਨੇ ਘਾਟਾ ਥੋੜ੍ਹਾ ਪੇਸ਼ ਕੀਤਾ ਆ, ਸਾਰੇ ਬੈਂਕਸ ਨੇ ਬਿਲੀਅਨਸ ਆਫ ਡਾਲਰ ਪ੍ਰੋਫਿਟ ਪੇਸ਼ ਕੀਤਾ ਆ। ਹੁਣ ਤੁਹਾਨੂੰ ਦੂਸਰੇ ਪਾਸੇ ਮੈਂ ਇੱਕ ਸਟੱਡੀ ਹੋਰ ਦੱਸ ਦਿੰਦਾ। ਇਸ ਹਫ਼ਤੇ ਗਲੋਬ ਐਂਡ ਮੇਲ ਦੇ ਅੰਦਰ ਸੀਗੀ ਵੀ FSRA ਜਿਹੜੀ ਕਿ ਫਾਈਨੈਂਸ਼ੀਅਲ ਸਰਵਿਸ ਰੈਗੂਲੇਟਰੀ ਅਥਾਰਟੀ, ਉਹਨੇ ਇਹ ਦੱਸਿਆ ਆ ਕਿ ਪਿਛਲੇ 1 ਸਾਲ ਦੇ ਅੰਦਰ ਜਿਹੜੇ ਮੌਰਗੇਜ ਬ੍ਰੋਕਰ ਨੇ 10% ਜਿਹੜੇ ਮੌਰਗੇਜਾਂ ਹੋਈਆਂ ਨੇ ਉਹ ਪ੍ਰਾਈਵੇਟ ਮੌਰਗੇਜਸ ਹੋਈਆਂ ਨੇ। ਪ੍ਰਾਈਵੇਟ ਮੌਰਗੇਜ ਦਾ ਮਤਲਬ ਕਿਸੇ ਲੈਂਡਿੰਗ ਇੰਸਟੀਟਿਊਸ਼ਨ ਤੋਂ ਨਹੀਂ ਹੋਈਆਂ। ਬਈ ਜਸਵੀਰ ਜੀ ਕੋਲ ਪੈਸੇ $2 ਲੱਖ, ਉਹਨਾਂ ਨੇ ਕਿਸੇ ਨੂੰ ਮੌਰਗੇਜ ਦਿੱਤੀ ਆ। ਅਤੇ ਉਹ ਜਿਹੜੀਆਂ ਮੌਰਗੇਜਾਂ ਨੇ ਉਹ ਕੋਈ ਨਾ ਤਾਂ ਦੇਸ਼ ਲਈ ਚੰਗੀ ਗੱਲਾਂ ਨੇ, ਨਾ ਸੋਸਾਇਟੀ ਲਈ ਚੰਗੀ ਗੱਲਾਂ ਨੇ, ਨਾ ਉਹ ਸਰਕਾਰ ਲਈ ਚੰਗੀ ਗੱਲਾਂ ਨੇ, ਕਿਉਂਕਿ ਉਹ ਸਾਰਾ ਕੈਸ਼ ਦਾ ਕੰਮ ਹੈ। ਬਿਲੀਅਨਸ ਆਫ ਡਾਲਰ ਜਿਹੜਾ ਹੈ ਇਸ ਟਾਈਮ ਇਹ ਇਸ ਤਰ੍ਹਾਂ ਦਾ ਪ੍ਰਾਈਵੇਟ ਐਕੁਇਟੀਜ਼ ਦੇ ਅੰਦਰ, ਪ੍ਰਾਈਵੇਟ ਮੌਰਗੇਜਸ ਦੇ ਅੰਦਰ ਜਿਹੜਾ ਹੈ ਇਹ ਦੇ ਰਹੇ ਨੇ, ਔਰ ਇਹਨੂੰ ਜਿਹੜਾ ਹੈ ਇਹ ਬੜਾ ਚਿੰਤਾ ਦਾ ਵਿਸ਼ੇ ਵੀ ਹੈਗਾ। ਤੁਸੀਂ ਜਿਵੇਂ ਕਹਿੰਦੇ ਹੋ ਇਕੋਨਮੀ ਦੀ ਹਾਲਤ, ਤੁਹਾਡੀ ਗੱਲ ਸੁਣ ਕੇ ਮੈਨੂੰ ਲੱਗਦਾ ਵੀ ਉਨੀ ਖਰਾਬ ਨਹੀਂ ਹੈ ਜਿੰਨਾ ਪਹਿਲਾਂ ਲੱਗਦਾ ਸੀ ਜੀ। ਅਤੇ ਫਿਰ ਇਹ ਬੈਂਕ ਜਿਹੜੇ ਰੱਖ ਰਹੇ ਨੇ ਕੈਸ਼ ਰਿਜ਼ਰਵ, ਜੀ, ਇਹਦਾ ਮਤਲਬ ਹੈ ਕਿ ਕੁਛ ਇਹੋ ਜਿਹਾ ਜਿਹੜਾ ਇਹਨਾਂ ਨੂੰ ਪਤਾ ਹੈ ਅਤੇ ਜਿਹੜਾ ਆਮ ਬਾਹਰ ਇੰਪਰੈਸ਼ਨ ਕੁਛ ਹੋਰ ਹੈ, ਕੁਛ ਇੱਦਾਂ ਦੀ ਚੀਜ਼ ਹੈ। ਦੇਖੋ ਸ਼ਮੀਲ ਜੀ, ਇਸ ਤਰ੍ਹਾਂ ਹੈ ਕਿ ਜਦੋਂ ਬੈਂਕ ਆਪਣਾ ਬਿਜ਼ਨਸ ਕਰਦਾ, ਬਿਜ਼ਨਸ ਮਾਡਲ ਦੇ ਅੰਦਰ ਇਕੱਲੀਆਂ ਮੌਰਗੇਜਸ ਨਹੀਂ ਹੈਗੀਆਂ, ਇਹਨਾਂ ਦੇ ਕ੍ਰੈਡਿਟ ਕਾਰਡ ਦੇ ਲੋਨਸ ਹੈਗੇ ਆ, ਲਾਈਨ ਆਫ ਕ੍ਰੈਡਿਟ ਦੇ ਲੋਨਸ ਨੇ, ਬੈਂਕ ਦੇ ਲੋਨ ਹੈਗੇ ਨੇ। ਉਹ ਜ਼ਿਆਦਾ ਮੈਨੂੰ ਲੱਗਦਾ ਡੀਫਾਲਟ ਹੋਣਗੇ ਬਜਾਏ ਮੌਰਗੇਜਸ ਦੇ। ਮੌਰਗੇਜਸ ਵੀ ਹੋਣਗੀਆਂ ਕਿਉਂਕਿ ਤੁਸੀਂ ਦੇਖੋ ਕੁਛ ਇੱਕ ਬੈਂਕ ਤੇ ਇਹੋ ਜਿਹੇ ਨੇ, ਖਾਸ ਤੌਰ 'ਤੇ CIBC ਬੈਂਕ, ਉਹਨੇ ਬੇਸ਼ੱਕ ਉਹਨਾਂ ਦਾ ਟ੍ਰਿਗਰ ਪੁਆਇੰਟ ਆ ਗਿਆ ਹੈ, ਉਹਨਾਂ ਨੇ ਕਿਸ਼ਤ ਨਹੀਂ ਵਧਾਈ ਲੋਕਾਂ ਦੀ। ਔਰ CIBC ਨੇ ਇਸ ਹਫ਼ਤੇ ਆਪਣੇ ਜਿਹੜਾ ਕੁਆਰਟਰਲੀ ਅਰਨਿੰਗ 'ਚ ਉਹਨਾਂ ਨੇ ਦੱਸਿਆ ਵੀ ਹੈ ਕਿ ਕਰੀਬ 20% ਇਹੋ ਜਿਹੀ ਮੌਰਗੇਜਸ ਹੈਗੀਆਂ ਨੇ ਜਿਹੜੀਆਂ ਮਤਲਬ ਵੈਰੀਏਬਲ ਮੌਰਗੇਜ ਦੇ ਅੰਦਰ 20% ਇਹੋ ਜਿਹੀ ਮੌਰਗੇਜਸ ਨੇ ਜਿਨ੍ਹਾਂ ਦਾ ਡੀਫਾਲਟ ਪੁਆਇੰਟ ਟ੍ਰਿਗਰ ਪੁਆਇੰਟ ਆ ਚੁੱਕਿਆ, ਲੇਕਿਨ ਉਹਨਾਂ ਨੇ ਉਹਦੀ ਪੇਮੈਂਟ ਨਹੀਂ ਵਧਾਈ, ਉਹ ਪ੍ਰਿੰਸੀਪਲ 'ਚ ਐਡ ਕਰੀ ਜਾ ਰਹੇ ਆ, ਉਹਦਾ ਐਮੋਰਟਾਈਜ਼ੇਸ਼ਨ ਪੀਰੀਅਡ ਵਧਾ ਰਹੇ ਆ। ਅਲਟੀਮੇਟਲੀ ਇਹ ਤਾਂ ਤੁਹਾਨੂੰ ਪੇ ਕਰਨਾ ਹੀ ਪੈਣਾ। ਜਦੋਂ ਵੀ ਇਹਦੀ ਤੁਹਾਡੀ ਮੌਰਗੇਜ ਰਿਨਿਊਅਲ 'ਤੇ ਆਏਗੀ, ਯੂ ਵਿਲ ਹੈਵ ਟੂ ਪੇ ਦੈਟ ਅਮਾਊਂਟ। ਅਤੇ ਇਸ ਕਰਕੇ ਜਿਹੜਾ ਹੈ ਇਹ ਬੈਂਕਸ ਜਿੰਨੇ ਵੀ ਨੇ, TD ਵੀ ਹੈ, ਸਭ ਨੇ ਜਿਹੜਾ ਹੈ ਇਹ ਕੈਸ਼ ਰਿਜ਼ਰਵ ਇਕੱਲੀ ਮੌਰਗੇਜਸ ਲਈ ਵੀ ਰੱਖਿਆ ਹੈਗਾ, ਬਜਾਏ ਕਿ ਤੁਸੀਂ ਕਹਿ ਸਕਦੇ ਆ ਕ੍ਰੈਡਿਟ ਕਾਰਡ ਦੇ ਲੋਨ। ਸਭ ਤੋਂ ਜ਼ਿਆਦਾ ਲੋਕੀ ਕ੍ਰੈਡਿਟ ਕਾਰਡ ਦੇ ਲੋਨ ਜਿਹੜਾ ਹੈ ਉਹ ਡਿਫਾਲਟ ਕਰਦੇ ਨੇ। ਸਭ ਤੋਂ ਪਹਿਲਾਂ ਕ੍ਰੈਡਿਟ ਕਾਰਡ ਹੀ ਡਿਫਾਲਟ ਹੁੰਦੇ ਆ, ਫਿਰ ਲਾਈਨ ਆਫ ਕ੍ਰੈਡਿਟ ਹੈਗਾ, ਫਿਰ ਦੂਸਰੇ ਸਿਕਿਉਰਡ ਲੋਨ, ਕਿਉਂਕਿ ਮੌਰਗੇਜ ਜਿਹੜੀ ਹੈ ਮੋਸਟਲੀ ਸਿਕਿਉਰਡ ਲੋਨ ਹੁੰਦਾ, ਬਾਅਦ 'ਚ ਇੱਥੇ ਆਉਂਦੇ। ਬੈਂਕਾਂ ਨੇ ਤਾਂ ਤਿਆਰੀ, ਕਿਉਂਕਿ ਇਹ ਮੰਨਿਆ ਜਾਂਦਾ ਵੈਸੇ ਵੀ ਜਿਹੜਾ ਸਰਕਾਰ ਨੂੰ ਵੀ ਨਾ ਪਤਾ ਹੋਵੇ, ਬੈਂਕਾਂ ਨੂੰ ਪਤਾ ਹੁੰਦਾ ਉਹ। The banks are very smart, sir. Banks knows the pulse. ਬੈਂਕ ਸਾਡੇ ਨਾਲੋਂ ਸਮਾਰਟ ਨੇ, ਬੈਂਕਾਂ ਨੂੰ ਪਲਸ ਪਤਾ ਹੈ ਇਕੋਨਮੀ ਦੀ ਸਰ। ਜਾਂ ਕਈ ਇਹ ਕਹਿੰਦੇ ਨੇ ਵੀ ਐਕਚੁਅਲੀ ਪਲੈਨਿੰਗ ਬੈਂਕਾਂ ਦੀ ਹੁੰਦੀ ਹੈ, ਇਹ ਵੀ ਕਹਿ ਸਕਦੇ ਹਾਂ ਸਰ। ਇੱਥੇ ਇਹ ਕੈਪੀਟਲਿਸਟ ਸੋਸਾਇਟੀ ਹੈ, ਦੇ ਰਨ ਦੀ ਪੋਲੀਟਿਕਸ ਆਲਸੋ। ਅਤੇ ਇਹ ਜਿਹੜੇ ਨੇ ਇਹ ਬੈਂਕਸ ਨੇ ਪੈਸੇ ਸਿਰਫ ਲੋਨ ਪ੍ਰੋਵੀਜ਼ਨ ਲਈ ਰੱਖੇ ਹੈ, ਕੋਈ ਇਹ ਨਹੀਂ ਕਿ ਉਹਨਾਂ ਨੂੰ ਘਾਟਾ ਪੈ ਗਿਆ। ਜੇ ਨਹੀਂ ਹੋਏਗਾ ਤਾਂ ਉਹ ਪ੍ਰੋਫਿਟ 'ਚ ਆ ਜਾਣਗੇ ਅਗਲੇ ਕੁਆਰਟਰ 'ਚ, ਜਾਂ 2-4 ਜਦੋਂ ਇਹ ਇਸ ਤਰ੍ਹਾਂ ਦੇ ਕੁਆਰਟਰ ਨਿਕਲ ਜਾਣਗੇ ਉਹ ਪ੍ਰੋਫਿਟ 'ਚ ਆ ਜਾਣਗੇ। ਪਿਛਲੀ ਵਾਰੀ ਵੀ ਇਹ 2020 ਦੇ ਅੰਦਰ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਤਾਂ ਵੀ ਬੈਂਕਾਂ ਨੇ ਲੋਨ ਰਿਜ਼ਰਵ ਲਈ ਜ਼ਿਆਦਾ ਪੈਸੇ ਰੱਖੇ ਸੀਗੇ, ਲੇਕਿਨ ਉਹ ਪੈਸੇ ਉਹਨਾਂ ਨੂੰ ਘਾਟਾ ਨਹੀਂ ਪਿਆ ਕਿਉਂਕਿ ਸਰਕਾਰ ਨੇ ਇਸ ਤਰ੍ਹਾਂ ਦੀ ਹੈਲਪ ਦੇਣੀ ਸ਼ੁਰੂ ਕਰਤੀ ਸੀਗੀ। ਇਸ ਵਾਰੀ ਵੀ ਇਸ ਤਰ੍ਹਾਂ ਲੱਗਦਾ ਜੀ, ਜੇ ਇਕੋਨਮੀ ਸਟਰੋਂਗ ਰਹਿੰਦੀ ਹੈ, ਲੋਕਾਂ ਦੀ ਕੰਜ਼ਿਊਮਰ ਪਾਵਰ ਸਹੀ ਰਹਿੰਦੀ ਹੈ, ਤੇ ਹੋ ਸਕਦਾ ਕਿ ਜਿਹੜਾ ਇਹ ਲੋਨ ਰਿਜ਼ਰਵ ਲਈ ਪੈਸੇ ਰੱਖ ਰਹੇ ਆ ਉਹ ਨਾ ਇਹਨਾਂ ਨੂੰ ਨਾ ਲਾਸ ਹੋਏ ਤੇ ਪ੍ਰੋਫਿਟ ਹੀ ਪ੍ਰੋਫਿਟ ਹੋਣਾ ਸਰ। ਅੱਛਾ, ਇੱਕ ਆਖਰੀ ਸਵਾਲ ਹੈ ਜੀ, ਜਿਹੜਾ ਇੱਕ ਬੜਾ ਕਾਮਨ ਸਵਾਲ ਹੁੰਦਾ ਜੀ, ਜਿਨ੍ਹਾਂ ਨੇ ਅਜੇ ਘਰ ਨਹੀਂ ਖਰੀਦੇ ਹੋਏ, ਉਹ ਵਿਚਾਰੇ ਬੜੀ ਦੇਰ ਦੇ ਵੇਟ ਕਰ ਰਹੇ ਵੀ ਕਦੋਂ ਰਾਈਟ ਟਾਈਮ ਆਏ। ਉਹਨਾਂ ਨੂੰ ਕਈ ਵਾਰ ਜਿਹੜੇ ਸਲਾਹ ਦੇਣ ਵਾਲੇ ਦੇ ਦਿੰਦੇ ਨੇ ਵੀ ਹਲੇ ਹੋਰ ਰੁਕ ਜਾਓ, ਥੋੜ੍ਹੀਆਂ ਜਿਹੀਆਂ ਕੀਮਤਾਂ ਹੋਰ ਡਿੱਗਣੀਆਂ। ਤੁਹਾਡੇ ਹਿਸਾਬ ਨਾਲ ਮਤਲਬ ਅਜੇ ਰਾਈਟ ਟਾਈਮ ਹੁਣ ਆ ਗਿਆ ਕਿ ਅਜੇ ਹੋਰ ਵੇਟ ਕਰਨਾ ਚਾਹੀਦਾ? ਦੇਖੋ ਸਰ, ਇਸ ਬਾਰੇ ਤੇ ਤੁਹਾਨੂੰ ਜਿਹੜੇ ਰੀਅਲ ਸਟੇਟ ਵਾਲੇ ਬੈਟਰ ਦੱਸ ਸਕਦੇ, ਲੇਕਿਨ ਮੈਂ ਜੋ ਪੜ੍ਹਿਆ ਇਸ ਹਫ਼ਤੇ ਟਰੈਪ ਦੀ ਜਿਹੜੀ ਖਬਰ ਆਈ ਆ ਕਿ ਪਿਛਲੇ ਸਾਲ ਫੈਬਰਰੀ ਨਾਲੋਂ
ਟੋਰਾਂਟੋ ਰੀਅਲ ਸਟੇਟ ਬੋਰਡ ਦੀ 18% ਪ੍ਰਾਈਸਿਸ ਘਟੇ ਨੇ, ਲੇਕਿਨ ਹੈਵਿੰਗ ਸੈਡ ਦਿਸ ਥਿੰਗ ਜਨਵਰੀ ਤੋਂ ਵਧੇ ਨੇ। ਸੋ ਸੇਲਸ ਐਕਟੀਵਿਟੀ ਵੱਧ ਰਹੀ ਆ। That shows that we are very close to the bottom. So this is, you could say, could be a good time in next few months, not now. Spring sale ਦੇ ਅੰਦਰ ਹੋ ਸਕਦਾ ਹੈ, it could be a better time. ਮਤਲਬ the worst is behind us. ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜਦੋਂ ਕੋਈ ਵੀ ਚੀਜ਼ ਜਿਹੜੀ ਹੈ ਥੱਲੇ ਨੂੰ ਜਾ ਰਹੀ ਹੋਏ, ਢਲਾਨ ਵੱਲ ਹੋਏ, ਤੇ ਪਹਿਲੇ ਇਹਨੂੰ ਰੁਕਣਾ ਹੈ ਥੱਲੇ ਜਾਣਾ। ਤੇ ਜੇ ਹੁਣ ਮੈਨੂੰ ਲੱਗਦਾ ਜੇ ਥੱਲੇ ਜਾਣਾ ਰੁਕ ਜਾਏਗਾ ਅਗਲੇ 2-3 ਮਹੀਨੇ ਦੇ ਅੰਦਰ, ਉਸ ਤੋਂ ਬਾਅਦ ਜਿਹੜਾ ਹੈ ਫਿਰ slowly it will progress going up. So in next 2-3 months it may be a good time to buy real estate, especially in Toronto and Vancouver. ਬਾਕੀ ਮਾਰਕੀਟਸ ਬਾਰੇ ਨਹੀਂ ਕਹਿ ਸਕਦਾ। ਤੇ ਬਾਕੀ ਜਾਣ ਵੇਲੇ ਕੋਈ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ, ਕਿਉਂਕਿ ਕਈ ਸਵਾਲ ਰਹਿ ਜਾਂਦੇ ਨੇ ਮੇਰੇ ਕੋਲ। ਕੋਈ ਸਵਾਲ ਇਹੋ ਜਿਹੇ ਆਉਂਦੇ ਨੇ ਜਿਹੜੇ ਥੋੜ੍ਹਾ ਜਿਹਾ ਮਤਲਬ ਇੱਦਾਂ ਦੇ ਹੁੰਦੇ ਨੇ ਕਿ ਉਹ ਹਟ ਕੇ ਹੁੰਦੇ। ਹਾਂਜੀ ਹਾਂਜੀ। ਸ਼ੋਰ ਸਰ, ਕੋਈ ਵੀ ਫਾਈਨੈਂਸ਼ੀਅਲ ਐਡਵਾਈਸ ਤੁਹਾਨੂੰ ਚਾਹੀਦੀ ਹੈ ਦੈਨ ਗਿਵ ਮੀ ਅ ਕਾਲ। ਔਰ ਕੋਈ ਵੀ ਤੁਸੀਂ ਆਪਣੇ ਇਨਵੈਸਟਮੈਂਟ ਐਡਵਾਈਸ ਕਰਨੀ ਚਾਹੁੰਦੇ ਆ ਜਾਂ ਇਨਵੈਸਟਮੈਂਟ ਕੀਤੀ ਹੋਈ ਹੈ, ਯੂ ਨੀਡ ਅ ਸੈਕੰਡ ਓਪੀਨੀਅਨ। ਕੋਈ ਬੜੀ ਵਾਰੀ ਹੁੰਦਾ ਕੋਈ ਇਨਵੈਸਟਮੈਂਟ ਕੀਤੀ ਹੁੰਦੀ ਹੈ, ਬੰਦੇ ਨੂੰ ਆਪਣੇ ਆਪ 'ਤੇ ਕਈ ਵਾਰੀ ਕੌਨਫੀਡੈਂਸ ਨਹੀਂ ਹੁੰਦਾ, ਦੈਨ ਆਈ ਕੈਨ ਗਿਵ ਯੂ ਸੈਕੰਡ ਓਪੀਨੀਅਨ। ਐਂਡ ਮਾਈ ਐਡਵਾਈਸ ਇਜ਼ ਨਾਨ ਓਬਲੀਗੇਟਰੀ, ਨਾਟ ਨੈਸੈਸਰਲੀ ਯੂ ਹੈਵ ਟੂ ਹਾਇਰ ਮਾਈ ਸਰਵਿਸਿਜ਼। ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, 416-573-4798, ਪੰਜਾਬੀ 'ਚ 416-573-4798 ਜੀ। ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ।